ਸਤਿ ਸ਼੍ਰੀ ਅਕਾਲ ਜੀ। D5 ਚੈਨਲ ਪੰਜਾਬੀ ਦਾ ਪੰਜਾਬ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਇੰਦਰਜੀਤ ਸਿੰਘ ਟਵਾਣਾ ਸਵਾਗਤ ਕਰਦਾ ਹਾਂ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਸੁਰਖੀਆਂ ਤੋਂ। ਮਣੀਪੁਰ ਹਿੰਸਾ ਖਿਲਾਫ ਜਥੇਬੰਦੀਆਂ ਦਾ ਪੰਜਾਬ ਬੰਦ ਦਾ ਸੱਦਾ। ਜਲੰਧਰ 'ਚ ਬਾਜ਼ਾਰ ਤੇ ਸਕੂਲ ਰਹੇ ਬੰਦ। ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦਿਵਾਉਣ ਦਾ ਮਾਮਲਾ। ਪੰਜਾਬ ਕਾਂਗਰਸ ਨੇ ਪਟਿਆਲਾ 'ਚ ਕੀਤਾ ਪ੍ਰਦਰਸ਼ਨ। ਬੇਭਰੋਸਗੀ ਮਤੇ ਤੇ ਲੋਕ ਸਭਾ 'ਚ ਹੋਈ ਚਰਚਾ। ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਘੇਰੀ ਬੀਜੇਪੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੱਡਾ ਕਦਮ। ਲੰਗਰ ਘੁਟਾਲੇ 'ਚ ਸਸਪੈਂਡ ਮੁਲਾਜ਼ਮਾਂ 'ਚੋਂ 23 ਨੂੰ ਕਲੀਨ ਚਿੱਟ। ਹੁਣ ਖਬਰਾਂ ਵਿਸਥਾਰ ਨਾਲ। ਮਣੀਪੁਰ ਹਿੰਸਾ ਖਿਲਾਫ ਵੱਖ-ਵੱਖ ਜਥੇਬੰਦੀਆਂ ਨੇ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ, ਜਿਸ ਨੂੰ ਰਲਿਆ ਮਿਲਿਆ ਹੰਗਾਰਾ ਮਿਲਿਆ। ਦੁਆਬਾ ਵਿੱਚ ਬੰਦ ਦਾ ਕਾਫੀ ਅਸਰ ਦੇਖਣ ਨੂੰ ਮਿਲਿਆ, ਪਰ ਮਾਝਾ ਤੇ ਮਾਲਵਾ ਵਿੱਚ ਬਾਜ਼ਾਰ ਆਮ ਵਾਂਗ ਖੁੱਲੇ ਰਹੇ। ਕਈ ਇਲਾਕਿਆਂ ਵਿੱਚ ਬੰਦ ਕਰਕੇ ਸਰਕਾਰੀ ਸਕੂਲ, ਕਾਲਜ, ਪ੍ਰਾਈਵੇਟ ਸਕੂਲਾਂ ਨੂੰ ਛੁੱਟੀ ਰਹੀ। ਮਣੀਪੁਰ ਦੇ ਵਿੱਚ ਚੱਲ ਰਹੀ ਹਿੰਸਾ ਦਰਮਿਆਨ ਔਰਤਾਂ ਦੇ ਹੋਏ ਅਤਿਆਚਾਰ ਨੂੰ ਲੈ ਕੇ ਵਾਲਮੀਕੀ, ਰਵਿਦਾਸੀਆਂ ਅਤੇ ਈਸਾਈ ਭਾਈਚਾਰੇ ਨੇ ਪੰਜਾਬ ਬੰਦ ਦੀ ਕਾਲ ਦਿੱਤੀ ਹੈ, ਜਿਸ ਦੇ ਸਦਕਾ ਜਲੰਧਰ ਦੇ ਵਿੱਚ ਇਸ ਦਾ ਅਸਰ ਵੀ ਵੇਖਣ ਨੂੰ ਮਿਲ ਰਿਹਾ ਹੈ। ਤਸਵੀਰਾਂ ਜਲੰਧਰ ਦੀਆਂ ਨੇ, ਜਿੱਥੇ ਬੰਦ ਦੀ ਕਾਲ ਨੂੰ ਵੇਖਦੇ ਹੋਏ ਸਰਕਾਰੀ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਨੇ। ਬੱਚਿਆਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਪ੍ਰਾਈਵੇਟ ਸਕੂਲਾਂ ਨੂੰ ਵੀ ਬੰਦ ਰੱਖਣ ਦਾ ਫੈਸਲਾ ਲਿਆ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਲੋਕਾਂ ਵੱਲੋਂ ਸ਼ਹਿਰ ਦੇ ਮੁੱਖ ਚੌਂਕ ਅਤੇ ਮਾਰਗ ਤੇ ਮੋਟਰਸਾਈਕਲ ਅਤੇ ਰੱਸੀ ਬੰਨ ਕੇ ਮੁੱਖ ਮਾਰਗ ਬੰਦ ਕਰ ਦਿੱਤਾ ਹੈ ਅਤੇ ਆਉਣ ਜਾਣ वाले लोगों को उथों दी लंघन नहीं दिता जा रहा। ये सर एक ऐसी हमारे देश के लिए और ये जो हमारी बीजेपी सरकार है उसके लिए बहुत बड़ी शर्म की बात है कि 4 मई को मणिपुर में एक ऐसी घटना होती है जो नेट बंद होने के कारण करीब 60 दिन बाद दुनिया के सामने आती है। एक 26 सेकंड का एक ऐसा वीडियो वायरल होता है जिसमें मणिपुर की बेटियों को, माताओं को, बहनों को पूरी तरह से निर्वस्त्र करके, नंगा करके रोड पर घुमाया जाता है, गुंडागर्दी की जाती है, उनके गुप्तांगों को से पूरी तरह से छेड़छाड़ की जाती है और उनको सामूहिक बलात्कार करके उनके कत्ल कर दिए जाते हैं। और ये उस घटना के विरोध में हमने ये पंजाब बंद किया। और हमारे साथ जितने भी SC, ST, OBC माइनॉरिटीज़ हैं उनका सबका समर्थन हमारे साथ है, क्योंकि कार्रवाई हुई नहीं। अगर कार्रवाई हुई होती, कार्रवाई ये थी कि ये जो हमारी सरकार है, मैंने अभी अपनी एक्टिवा के ऊपर चूड़ियाँ लेके आया हूँ, वो हमारी बहनें भेंट करेंगी प्रधानमंत्री जी को और गृह मंत्री जी को और वीरेंद्र सिंह जी को, वो भेंट करेंगी, क्योंकि वो उनके बस की बात रही नहीं है। ये वो सरकार चलाने के लायक नहीं है। जो मुख्यमंत्री, जो प्रधानमंत्री अपने देश की बेटियों की सुरक्षा नहीं कर सकता, वो बाकी और क्या करे। सर, मणिपुर के जैसे जो केस हुआ उसी बेस पे आज हमारा पूरा पंजाब बंद है। तो हम यही चाहते हैं कि जैसे वो गर्ल्स के साथ हुआ है, कल हमारे साथ ऐसा ना हो। आज की बेटी सुरक्षित कहीं पर भी नहीं है। घर पे तो चलो माँ बाप देख लेते हैं, भाई बहन देख लेते हैं, पर बाहर निकलने के साथ उनके साथ ये क्या हो रहा है? कोई देख पा रहा है? भरे बाजार में उनके साथ रेप हो रहा है, कोई आगे नहीं बढ़ रहा है। क्या उनकी माँ बहन नहीं है? क्या उनके साथ ये कल को हो, उनके साथ ये अगर यही व्यतीत हो, वही यही चरित्र उनके साथ पेश हो, तो कैसा उनको लगेगा? भरी सभा में नग्न करके उनको घुमाया गया। तो आप खुद सोचो, अगर यही उनके या किसी जाति धर्म के लिए, पहली बात तो बेटी का भेदभाव तो किया ही नहीं जाता है, सबके लिए सम्मान एक बराबर है। इस मौके पुलिस ਵੱਲੋਂ ਵੀ ਸ਼ਹਿਰਾਂ ਦੇ ਵਿੱਚ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਤਾਂ ਜੋ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ। ਬਿਲਕੁਲ ਮਾਹੌਲ ਪੀਸਫੁਲ ਹੈ ਕਿ ਹਾਈਵੇ ਚੱਲ ਰਹੀ ਆ, ਤੁਸੀਂ ਸਾਰਾ ਦੇਖਿਆ ਹੋਣਾ, ਤੁਸੀਂ ਹੁਣੇ ਨਾਲ ਦੇ ਉੱਤੇ ਦੇਖਿਆ ਹੋਣਾ, ਹਾਈਵੇ ਬਿਲਕੁਲ ਚੱਲ ਰਹੀ। ਦੇਖੋ ਜਿਹੜਾ ਹਾਈਵੇ ਹੈਗਾ ਉਹ ਬਿਲਕੁਲ ਚੱਲ ਰਿਹਾ ਹੈਗਾ ਔਰ ਜਿਹੜਾ ਕਿਸੇ ਕਿਸਮ ਦਾ ਨਹੀਂ ਹੈਗਾ। ਅਸੀਂ ਜਿਹੜਾ ਟ੍ਰੈਫਿਕ ਹੈ ਅਲੱਗ-ਅਲੱਗ ਜਗ੍ਹਾ ਤੋਂ ਡਿਵਾਈਡ ਨਹੀਂ, ਬਿਲਕੁਲ ਠੀਕ ਹੈ ਜੀ। ਲਾਅ ਐਂਡ ਆਰਡਰ ਜ਼ਿਕਰਯੋਗ ਹੈ ਕਿ ਕਰੀਬ 2 ਤੋਂ 3 ਮਹੀਨਿਆਂ ਤੋਂ ਮਣੀਪੁਰ ਦੇ ਵਿੱਚ ਹਿੰਸਾ ਚੱਲ ਰਹੀ ਹੈ, ਕਿਉਂਕਿ ਦੋ ਭਾਈਚਾਰਿਆਂ ਵਿਚਕਾਰ ਤਣਾਅ ਬਣਿਆ ਹੋਇਆ ਹੈ। ਇਸੇ ਵਿਚਕਾਰ ਔਰਤਾਂ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਸੀ, ਜਿਸ ਦੇ ਵਿੱਚ ਕੁਝ ਲੋਕਾਂ ਵੱਲੋਂ 2 ਤੋਂ 3 ਔਰਤਾਂ ਨੂੰ ਨਗਨ ਕਰਕੇ ਉਹਨਾਂ ਤੋਂ ਜਨਤਕ ਤੌਰ ਤੇ ਪਰੇਡ ਵੀ ਕਰਾਈ ਜਾਂਦੀ ਹੈ, ਜਿਸ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ। ਸੰਸਦ ਦੇ ਸ਼ੁਰੂ ਹੋਏ ਮੌਨਸੂਨ ਸੈਸ਼ਨ ਦੇ ਵਿੱਚ ਵੀ ਮਣੀਪੁਰ ਹਿੰਸਾ ਨੂੰ ਲੈ ਕੇ ਲਗਾਤਾਰ ਹੰਗਾਮਾ ਹੋ ਰਿਹਾ ਹੈ। ਵਿਰੋਧੀ ਗੱਠਜੋੜ ਇੰਡੀਆ ਲਗਾਤਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਸ ਮਾਮਲੇ ਦੇ ਵਿੱਚ ਬਿਆਨ ਦੇਣ ਦੀ ਮੰਗ ਕਰ ਰਹੇ ਨੇ। ਬਿਆਨ ਦੇਣ ਦੀ ਮੰਗ ਕਰ ਰਿਹਾ ਅਤੇ ਇਹ ਸਵਾਲ ਖੜੇ ਕਰ ਰਹੇ ਨੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅਜੇ ਤੱਕ ਮਣੀਪੁਰ ਦਾ ਦੌਰਾ ਕਿਉਂ ਨਹੀਂ ਕੀਤਾ ਅਤੇ ਮਣੀਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਨੂੰ ਬਰਖਾਸਤ ਕਿਉਂ ਨਹੀਂ ਕੀਤਾ। ਪੰਜਾਬ ਦੇ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦਿਵਾਉਣ ਲਈ ਅੱਜ ਕਾਂਗਰਸੀਆਂ ਨੇ ਪਟਿਆਲਾ ਦੇ ਮਿੰਨੀ ਸਕੱਤਰੇਤ ਵਿਖੇ ਧਰਨਾ ਦਿੱਤਾ। ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਤੇ ਆਗੂ ਪੁੱਜੇ। ਧਰਨੇ ਵਿੱਚ ਸ਼ਾਮਲ ਹੋਣ ਲਈ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ, ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ, ਸਾਧੂ ਸਿੰਘ ਧਰਮਸੋਤ ਤੋਂ ਇਲਾਵਾ ਕਈ ਲੀਡਰ ਪਹੁੰਚੇ। ਪੰਜਾਬ ਚਾਹੇ ਹੜ੍ਹਾਂ ਦੇ ਨੁਕਸਾਨ ਦਾ ਮੁਆਵਜ਼ਾ ਲੈਣ ਦੇ ਲਈ ਪੰਜਾਬ ਕਾਂਗਰਸ ਦੇ ਵੱਲੋਂ ਮਾਨ ਸਰਕਾਰ ਖਿਲਾਫ ਮੋਰਚਾ ਖੋਲ ਦਿੱਤਾ ਗਿਆ। ਬੀਤੇ ਦਿਨੀ ਮਾਨਸਾ ਦੇ ਵਿੱਚ ਕਿਤੇ ਪ੍ਰਦਰਸ਼ਨ ਤੋਂ ਬਾਅਦ ਹੁਣ ਇਹ ਪ੍ਰਦਰਸ਼ਨ ਪਟਿਆਲਾ ਵਿੱਚ ਕੀਤਾ ਗਿਆ, ਜਿਸ ਵਿੱਚ ਸੂਬਾ ਪ੍ਰਧਾਨ ਰਾਜਾ ਵੜਿੰਗ ਅਤੇ ਕਾਂਗਰਸ ਲੀਡਰਸ਼ਿਪ ਵੱਲੋਂ ਸ਼ਿਰਕਤ ਕੀਤੀ ਗਈ, ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਕਈ ਸਾਰੇ ਨਿਸ਼ਾਨੇ ਸਾਧੇ ਹੈ। ਸੋ ਮੈਨੂੰ ਲੱਗਦਾ ਕਿ ਬਹੁਤ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ ਪੰਜਾਬ ਦੇ ਲੋਕਾਂ ਨਾਲ।
ਸਾਨੂੰ ਲੱਗਦਾ ਸੀ ਕਿ ਭਗਵੰਤ ਮਾਨ ਜੀ ਇੱਕ ਆਮ ਕਿਸਾਨ ਦੇ ਪੁੱਤਰ ਨੇ, ਉਹ 50,000 ਰੁਪਇਆ ਮੁਆਵਜ਼ਾ ਦੇਣਗੇ। ਜਿਸ ਤਰ੍ਹਾਂ ਪ੍ਰਕਾਰ ਦੀਆਂ ਗੱਲਾਂ ਕਰਦੇ ਸਨ, ਉਹ ਕਹਿੰਦੇ ਸੀ ਕਿ ਸਪੈਸ਼ਲ ਗਿਰਦਾਵਰੀ ਦੀ ਲੋੜ ਨਹੀਂ ਹੈ। ਹੁਣ ਤਾਂ ਸਾਰਾ ਕੁਝ ਡੁੱਬ ਗਿਆ, ਪਿੰਡਾਂ ਦੇ ਪਿੰਡ ਡੁੱਬ ਗਏ, ਸਾਰੇ ਪਿੰਡ ਦੀ ਗਿਰਦਾਵਰੀ ਦੀ ਲੋੜ ਹੈ। ਸੋ ਮੈਂ ਚਾਹਾਂਗਾ ਜਿਸ ਪ੍ਰਕਾਰ ਹੁਣ ਤੁਸੀਂ ਦੇਖਿਆ ਹੋਣਾ ਕਿ ਦਰਬਾਰਾ ਸਿੰਘ ਹੋਰਾਂ ਨੇ ਦੱਸਿਆ, ਆ ਜਿਹੜਾ ਹਲਕਾ ਹੈਗਾ ਸ਼ਤਰਾਣਾ, ਉੱਥੇ ਇੱਕ ਨੌਜਵਾਨ ਸਾਥੀ ਨੇ ਖੁਦਕੁਸ਼ੀ ਕਰ ਲਈ ਕਿਉਂਕਿ ਉਹਦੀ 2 ਵਾਰੀ ਫਸਲ ਘੱਗਰ ਦੀ ਮਾਰ 'ਚ ਆ ਗਈ। ਸੋ ਅਗਰ ਉਹਨੂੰ ਸਮੇਂ ਸਿਰ ਮੁਆਵਜ਼ਾ ਦਿੱਤਾ ਹੁੰਦਾ ਤਾਂ ਸ਼ਾਇਦ ਅੱਜ ਉਹ ਖੁਦਕੁਸ਼ੀ ਨਾ ਕਰਦਾ। ਮੈਂ ਲਗਾਤਾਰ ਧਰਨੇ ਜੋ ਲਾ ਰਿਹਾ, ਇਹ ਭਗਵੰਤ ਮਾਨ ਸਾਹਿਬ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣੀ ਚਾਹੁੰਦਾ ਕਿ ਕਿਰਪਾ ਕਰਕੇ ਤੁਸੀਂ ਮੁਰਗੀ ਦੇ ਮੁਆਵਜ਼ੇ ਦੀ ਗੱਲ ਕੀਤੀ, ਹੱਥ ਜੋੜੇ ਬਾਬਾ, ਮੁਰਗੀ ਦਾ ਮੁਆਵਜ਼ਾ ਦਿਓ ਨਾ ਦਿਓ, ਲੇਕਿਨ ਘਰਾਂ ਦਾ, ਦੁਕਾਨਾਂ ਦਾ ਤੇ ਫਸਲਾਂ ਦਾ ਮੁਆਵਜ਼ਾ ਜਲਦੀ ਦੇ ਦਿਓ ਤਾਂ ਜੋ ਪੰਜਾਬ ਦੇ ਲੋਕ ਖੁਦਕੁਸ਼ੀਆਂ ਨਾ ਕਰਨ। ਔਰ ਮੈਨੂੰ ਡਰ ਹੈ ਕਿ ਆਉਣ ਵਾਲੇ ਸਮੇਂ 'ਚ ਇਸੇ ਤਰ੍ਹਾਂ ਖੁਦਕੁਸ਼ੀ ਦੇ ਸਨੇਹ ਘਰ ਘਰ ਆਉਣ ਨਾ ਲੱਗ ਪੈਣ। ਇਸ ਗੱਲ ਦਾ ਮੈਨੂੰ ਡਰ ਹੈ। ਇਸ ਕਰਕੇ ਅੱਜ ਮੈਂ ਗੁਜ਼ਾਰਿਸ਼ ਕੀਤੀ ਹੈ ਪੰਜਾਬ ਸਰਕਾਰ ਨੂੰ ਇਸ ਧਰਨੇ ਦੇ ਰਾਹੀਂ ਕਿ ਉਹ ਮੁਆਵਜ਼ਾ ਜਲਦ ਤੋਂ ਜਲਦ ਦੇਣ। ਔਰ ਮੈਨੂੰ ਉਮੀਦ ਹੈ ਕਿ ਮੁੱਖ ਮੰਤਰੀ ਜ਼ਰੂਰ ਇਹਦੇ ਤੇ ਕੋਈ ਨਾ ਕੋਈ ਗੌਰ ਫਰਮਾਏਗਾ। ਕਿਹੜੇ ਰਾਸ਼ਨ, ਮੈਂ ਤੁਹਾਨੂੰ ਅੱਜ ਦੱਸਿਆ ਕਿ 60,000 ਕਿਸਾਨਾਂ ਦੇ, ਅੱਜ ਟ੍ਰਿਬਿਊਨ ਦੀ ਖਬਰ ਹੈ, ਪੜ੍ਹ ਲਿਓ, 60,000 ਕਿਸਾਨਾਂ ਨੂੰ ਪੈਨਸ਼ਨ ਦੇ ਨੋਟਿਸ ਆ ਗਏ ਨੇ। ਉਹਨਾਂ ਨੂੰ ਕਿਹਾ ਕਿ ਤੁਹਾਡੀ ਪੈਨਸ਼ਨ ਕੱਟ ਦਿੱਤੀ ਜਾਊਗੀ, 50,000 ਰੁਪਏ ਤੋਂ ਵੱਧ ਤੁਹਾਡੀ ਆਮਦਨ ਹੋ ਗਈ, 1,500 ਰੁਪਇਆ ਪੈਨਸ਼ਨ ਕਿਉਂ ਨਾ ਤੁਹਾਡੀ ਕੱਟ ਦਿੱਤੀ ਜਾਵੇ ਤੇ ਤੁਹਾਡੇ ਤੋਂ ਪੁਰਾਣੀ ਪੈਨਸ਼ਨ ਦਾ ਹਿਸਾਬ ਲਿਆ ਜਾਵੇ। ਐਡੂ ਮਾੜੀ ਗੱਲ ਕੀ ਹੋ ਸਕਦੀ ਹੈ। ਭਾਜਪਾ ਨੇ 17.5 ਲੱਖ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ ਲੋਕਾਂ ਦਾ ਪੈਸੇ ਬੰਦ ਕਰਤੇ। ਅੱਜ ਤੋਂ 3 ਵਰੇ ਪਹਿਲਾਂ 23 ਲੱਖ ਲੋਕਾਂ ਨੂੰ ਉਹ ਪੈਸਾ ਮਿਲਦਾ ਸੀ, 6,000 ਰੁਪਇਆ ਪ੍ਰਤੀ ਸਾਲ, ਜਿਹੜਾ ਘਟ ਕੇ ਹੁਣ 8 ਲੱਖ ਲੋਕਾਂ ਨੂੰ ਕਰਤਾ। ਤੇ ਉਹਨਾਂ ਨੇ ਹਵਾਲਾ ਦਿੱਤਾ ਹੈ, ਉਹਨਾਂ ਨੇ ਕਿਹਾ ਵੀ ਉਹਨਾਂ ਨੇ ਕਾਗਜ਼ ਅਪਲੋਡ ਨਹੀਂ ਕੀਤੇ। ਤੇ ਜਦੋਂ 23 ਲੱਖ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾ ਰਿਹਾ ਸੀ, ਉਦੋਂ ਕਿਹੜਾ ਕੋਈ ਕਾਗਜ਼ ਅਪਲੋਡ ਸੀ। ਸੋ ਮੇਰੀ ਬੇਨਤੀ ਹੈ ਭਾਜਪਾ ਨੂੰ ਵੀ ਤੇ ਪੰਜਾਬ ਸਰਕਾਰ ਨੂੰ, ਕਿਰਪਾ ਕਰਕੇ ਲੋਕਾਂ ਦਾ ਮਜ਼ਾਕ ਨਾ ਕਰਨ। ਉਹਨਾਂ ਨੂੰ ਬਣਦਾ ਜਿਹੜਾ ਉਹਨਾਂ ਦਾ ਮੁਆਵਜ਼ਾ ਜਲਦ ਤੋਂ ਜਲਦ ਦੇਣ। ਨਹੀਂ, ਲੜਾਈ ਇੱਥੇ ਬੰਦ ਨਹੀਂ ਹੋਏਗੀ, ਇਹ ਨਿਰੰਤਰ ਇਹ ਯੁੱਧ ਤੇ ਲੜਾਈ ਤਦ ਤੱਕ ਜਾਰੀ ਰਹੇਗੀ। ਇੱਥੇ ਦੱਸ ਦਈਏ ਕਿ ਮਾਨ ਸਰਕਾਰ ਵੱਲੋਂ ਹੜ੍ਹ ਪੀੜਿਤ ਲੋਕਾਂ ਨੂੰ ਇਹ ਭਰੋਸਾ ਦਿੱਤਾ ਗਿਆ ਸੀ ਕਿ ਉਹ ਬਿਨਾਂ ਗਿਰਦਾਵਰੀ ਦੇ ਲੋਕਾਂ ਨੂੰ ਮੁਆਵਜ਼ਾ ਦੇਣਗੇ, ਪਰ ਅਜੇ ਤੱਕ ਸਰਕਾਰ ਦਾ ਇਹ ਵਾਅਦਾ ਸਿਰਫ ਵਾਅਦਾ ਹੀ ਹੈ। ਅਜੇ ਤੱਕ ਇਸ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ। ਕਾਂਗਰਸੀ ਸੰਸਦ ਰਾਹੁਲ ਗਾਂਧੀ ਨੇ ਅੱਜ ਲੋਕ ਸਭਾ 'ਚ ਬੇਭਰੋਸਗੀ ਮਤੇ ਤੇ ਚਰਚਾ ਵਿੱਚ ਹਿੱਸਾ ਲਿਆ। ਉਹਨਾਂ ਨੇ ਕਾਂਗਰਸ ਦੀ ਤਰਫੋਂ ਚਰਚਾ ਸ਼ੁਰੂ ਕੀਤੀ। ਦੱਸ ਦਈਏ ਕਿ ਸੰਸਦ ਮੈਂਬਰੀ ਬਹਾਲ ਹੋਣ ਤੋਂ ਬਾਅਦ ਉਹ ਪਹਿਲੀ ਵਾਰ ਸੰਸਦ 'ਚ ਬੋਲ ਰਹੇ ਨੇ। ਆਪਣੇ ਸੰਬੋਧਨ 'ਚ ਰਾਹੁਲ ਮਣੀਪੁਰ ਦੇ ਮੁੱਦੇ ਤੇ ਕੇਂਦਰ ਦੀ ਭਾਜਪਾ ਸਰਕਾਰ ਤੇ ਵਰੇ। ਵਿਰੋਧੀ ਗੱਠਜੋੜ ਵੱਲੋਂ ਲੋਕ ਸਭਾ ਦੇ ਵਿੱਚ ਲਿਆਂਦੇ ਗਏ ਬੇਭਰੋਸਗੀ ਮਤੇ ਨੂੰ ਲੈ ਕੇ ਅੱਜ ਵੀ ਸਦਨ ਦੇ ਵਿੱਚ ਚਰਚਾ ਜਾਰੀ ਹੈ। ਇਸ ਚਰਚਾ ਦੇ ਦੂਜੇ ਦਿਨ ਅੱਜ ਲੋਕ ਸਭਾ ਦੇ ਵਿੱਚ ਰਾਹੁਲ ਗਾਂਧੀ ਸੰਬੋਧਨ ਕਰਦੇ ਹੋਏ ਵਿਖਾਈ ਦਿੱਤੇ ਨੇ। ਬੇਭਰੋਸਗੀ ਮਤੇ ਤੇ ਚਰਚਾ ਕਰਦੇ ਹੋਏ ਲੋਕ ਸਭਾ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ ਸੰਸਦ ਵਿੱਚ ਵਾਪਸ ਲਿਆਉਣ ਲਈ ਧੰਨਵਾਦ। ਨਾਲ ਹੀ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮਣੀਪੁਰ ਮੁੱਦੇ ਨੂੰ ਲੈ ਕੇ ਹਮਲਾ ਬੋਲਿਆ। ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਮੈਂ ਦਿਮਾਗ ਤੋਂ ਨਹੀਂ ਬਲਕਿ ਦਿਲ तो बोलना चाह रहा। नाल ही उन्होंने भारत जोड़ो यात्रा नूं लेके भी अपना प्रतिक्रम साझा किया। पिछली बार जब मैं बोला तो शायद मैंने आपको थोड़ा कष्ट भी पहुंचाया, क्योंकि मैंने इतनी जोरों से अदानी जी पे फोकस किया कि जो आपके सीनियर नेता हैं शायद उनको थोड़ा कष्ट हुआ। तो वो जो उनको कष्ट हुआ, जो आज जो मेरे बीजेपी के मित्र हैं, आज आपको डरने की जरूरत नहीं है, क्योंकि आज जो मेरा भाषण है, और आप कुछ ही दिन पहले मैं मणिपुर गया, हमारे प्रधानमंत्री नहीं गए, आज तक नहीं गए, क्योंकि उनके लिए मणिपुर हिंदुस्तान नहीं है। मैंने मणिपुर शब्द प्रयोग किया, मगर आज की सच्चाई यह है कि मणिपुर नहीं बचा है। मणिपुर को आपने 2 भाग में कर दिया है। मणिपुर को
को आपने बांट दिया है, तोड़ दिया है। मैं मणिपुर में रिलीफ कैंप्स में गया। जैसे ही मैंने उससे सवाल पूछा तुम्हारे साथ क्या हुआ, शर्म नहीं है तेरे को, वैसे ही 1 सेकंड में वो कांपने लगी। उसने अपने दिमाग में वो दृश्य देखा और वो बेहोश हो गई। मेरे सामने कांपती हुई बेहोश हो गई। तो ये मैंने आपको सिर्फ 2 उदाहरण दिए हैं। स्पीकर सर, इन्होंने मणिपुर में हिंदुस्तान की हत्या की है, सिर्फ मणिपुर की नहीं, हिंदुस्तान की हत्या की है। इनकी राजनीति ने मणिपुर को नहीं, हिंदुस्तान को मणिपुर में मारा है। हिंदुस्तान को कत्ल किया है, हिंदुस्तान का ਮਰਡਰ किया है। ਜ਼ਿਕਰਯੋਗ ਹੈ ਕਿ ਮਨੀਪੁਰ ਦੇ ਵਿੱਚ ਚੱਲ ਰਹੀ ਹਿੰਸਾ ਨੂੰ ਲਗਭਗ 2 ਤੋਂ 3 ਮਹੀਨਿਆਂ ਦਾ ਸਮਾਂ ਹੋ ਚੁੱਕਿਆ ਹੈ, ਪਰ ਅਜੇ ਤੱਕ ਉੱਥੇ ਹਾਲਾਤ ਕਾਬੂ ਹੇਠ ਨਹੀਂ ਆ ਪਾਏ ਹੈ, ਜਿਸ ਕਾਰਨ ਵਿਰੋਧੀ ਗੱਠਜੋੜ ਇੰਡੀਆ ਵੱਲੋਂ ਬੀਜੇਪੀ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ, ਕਿਉਂਕਿ ਮਨੀਪੁਰ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਅਤੇ ਉਹਨਾਂ ਵੱਲੋਂ ਇਹ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿੰਸਾ ਪ੍ਰਭਾਵਿਤ ਮਨੀਪੁਰ ਦਾ ਦੌਰਾ ਕਿਉਂ ਨਹੀਂ ਕੀਤਾ ਤੇ ਉੱਥੋਂ ਦੇ ਮੁੱਖ ਮੰਤਰੀ ਐਨ ਬਿਰੇਨ ਸਿੰਘ ਨੂੰ ਬਰਖਾਸਤ ਕਿਉਂ ਨਹੀਂ ਕੀਤਾ ਗਿਆ। श्री दरबार साहिब ਅੰਮ੍ਰਿਤਸਰ ਦੇ ਲੰਗਰ ਪ੍ਰਬੰਧ 'ਚ ਹੋਏ ਵੱਡੇ ਘੁਟਾਲੇ ਨੂੰ ਲੈ ਕੇ ਜਾਂਚ ਜਾਰੀ ਹੈ। ਇਸ ਵਿੱਚ ਸਸਪੈਂਡ ਕੀਤੇ ਮੁਲਾਜ਼ਮਾਂ 'ਚੋਂ 23 ਮੁਲਾਜ਼ਮਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹਾਲ ਕਰ ਦਿੱਤਾ ਹੈ। ਕਮੇਟੀ ਨੇ ਇਹ ਫੈਸਲਾ ਸਬ ਕਮੇਟੀ ਦੀ ਰਿਪੋਰਟ ਤੋਂ ਬਾਅਦ ਲਿਆ। ਇਸ ਮਾਮਲੇ 'ਚ ਐਸਜੀਪੀਸੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਬਾਕੀਆਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਬਣਦੀ ਸਜ਼ਾ ਦਿੱਤੀ ਜਾਵੇਗੀ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਲੰਗਰ ਪ੍ਰਬੰਧਨ ਦੇ ਵਿੱਚ ਹੋਏ ਘੁਟਾਲੇ ਨੂੰ ਲੈ ਕੇ ਬੀਤੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 51 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਸੀ, ਜਿਸ ਵਿੱਚੋਂ ਹੁਣ ਸ਼੍ਰੋਮਣੀ ਕਮੇਟੀ ਨੇ ਵੱਡਾ ਕਦਮ ਚੁੱਕਦੇ ਹੋਏ ਸਸਪੈਂਡ ਕੀਤੇ 51 ਮੁਲਾਜ਼ਮਾਂ ਦੇ ਵਿੱਚੋਂ 23 ਮੁਲਾਜ਼ਮਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਇਸ ਮਾਮਲੇ ਦੇ ਵਿੱਚ ਜਦੋਂ ਐਸਜੀਪੀਸੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕੀ ਕਿਹਾ, ਆਓ ਜਾਣਦੇ ਹਾਂ। ਦੇਖੋ, ਜਿਹੜੀ ਸਾਡੀ ਜਾਂਚ ਕਮੇਟੀ ਹੈ, ਪੜਤਾਲੀਆ ਕਮੇਟੀ ਹੈ, ਉਸਨੇ ਜਿਹੜਾ ਕਰੀਬ 96 ਲੱਖ ਦਾ ਇੱਕ ਘੁਟਾਲਾ ਸੀਗਾ ਲੰਗਰ ਦੇ ਨਾਲ ਸੰਬੰਧਿਤ ਜੀ, ਉਸ ਦੀ ਜਾਣਕਾਰੀ ਦਿੱਤੀ ਸੀ ਤੇ ਪ੍ਰਧਾਨ ਸਾਹਿਬ ਵੱਲੋਂ ਜਿਹੜੇ ਵੀ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੋਸ਼ੀ ਪਾਏ ਗਏ ਉਹਨਾਂ ਨੂੰ ਤੁਰੰਤ 58 ਬੰਦਿਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਜੀ, ਕਿਉਂਕਿ ਇਹ ਇਸ ਗੱਲ ਦਾ ਸੁਨੇਹਾ ਤੇ ਸਬੂਤ ਹੈ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਕਰਪਸ਼ਨ ਹੈ ਉਹ ਬਰਦਾਸ਼ਤ ਨਹੀਂ ਹੈ ਜੀ। ਉਸ ਤੋਂ ਬਾਅਦ ਜਿਹੜੇ ਮੁਲਾਜ਼ਮ ਸੀ, ਮੁਲਾਜ਼ਮਾਂ ਨੇ ਇਸ ਗੱਲ ਦੀ ਅਪੀਲ ਪਾਈ ਕਿ ਅਸੀਂ ਕੁਝ ਲੋਕਾਂ ਨੇ ਇਹ ਗੱਲ ਕਹੀ ਕਿ ਅਸੀਂ ਇਸ ਮਾਮਲੇ ਦੇ ਵਿੱਚ ਸੰਬੰਧਿਤ ਨਹੀਂ ਹੈਗੇ। ਠੀਕ ਹੈ, ਉਹਨਾਂ ਦਿਨਾਂ 'ਚ ਅਸੀਂ ਨੌਕਰੀ ਜੁਆਇਨ ਕੀਤੀ ਹੈ ਜੀ, ਪਰ ਉਸ ਤੋਂ ਬਾਅਦ ਫਿਰ ਪ੍ਰਧਾਨ ਸਾਹਿਬ ਨੇ ਮੁਲਾਜ਼ਮਾਂ ਦੇ ਹਿੱਤਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਇੱਕ ਜਾਂਚ ਕਮੇਟੀ ਦਾ ਗਠਨ ਕੀਤਾ। ਜਿਹੜੀ ਜਾਂਚ ਕਮੇਟੀ ਕਈ ਮੀਟਿੰਗਾਂ ਕਰਨ ਤੋਂ ਬਾਅਦ ਅਸੀਂ ਪਹਿਲੇ ਪੜਾਅ ਵਿੱਚ ਪਹੁੰਚੇ ਹਾਂ ਕਿ ਅਸੀਂ ਸਿਰਫ ਪਹਿਲਾ ਜਿਹੜਾ ਪੜਾਅ ਸਾਡਾ ਇੰਸਪੈਕਟਰ ਜਿਹੜੇ ਕਿ 38 ਦੇ ਕਰੀਬ ਇੰਸਪੈਕਟਰ ਸੀ ਜਿਨ੍ਹਾਂ ਨੂੰ ਇਸ ਗੱਲ ਵਿੱਚ ਦੋਸ਼ੀ ਪਾਇਆ ਗਿਆ, ਉਹਨਾਂ ਦੇ ਵਿੱਚ ਸਿੱਧੇ ਤੌਰ ਤੇ ਜਿਨ੍ਹਾਂ ਦੀ ਸ਼ਮੂਲੀਅਤ ਜਿਹੜੀ ਆ ਅਣਗਹਿਲੀ ਦੇ ਤੌਰ ਤੇ ਗਿਣੀ ਗਈ ਜੀ, ਇੱਕ ਦੂਜੇ ਦੇ ਵਿਸ਼ਵਾਸ ਕਰਨ ਵਿੱਚ ਜਿਹੜਾ ਉਹਨਾਂ ਨੇ ਪ੍ਰਬੰਧ ਵਿੱਚ ਇਸ ਤੋਂ ਅੱਗੇ ਜਿਹੜਾ ਕਿ ਪੈਸੇ ਕਨਫਰਮ ਕਰਨੇ ਸੀ ਕਿ ਪਹੁੰਚ ਗਏ ਕਿ ਨਹੀਂ ਪਹੁੰਚ ਗਏ, ਉਸ ਮੌਕੇ ਤੇ ਚੈੱਕ ਤੇ ਪੈਸਿਆਂ ਦਾ ਜਿਹੜਾ ਸਬੂਤ ਆ ਉਹ ਵੋਚਰਾਂ ਦੇ ਉੱਤੇ ਸਾਈਨ ਸੀ। ਉਹਨਾਂ ਦਾ ਕਮੇਟੀ ਨੇ ਵਿਚਾਰ ਕੀਤਾ ਕਿ ਇਹਨਾਂ ਦਾ ਜਿਹੜਾ ਦੋਸ਼ ਆ ਉਹ ਅਣਗਹਿਲੀ ਦੇ ਤੌਰ ਤੇ ਜਾਣਿਆ ਜਾਵੇ ਜੀ। ਸੋ ਇਸ ਕਰਕੇ ਉਹਨਾਂ ਨੂੰ ਇੱਕ ਜਿਹੜੀ ਵਾਰਨਿੰਗ ਦੀ ਸਜ਼ਾ ਦੇ ਕੇ, ਵਾਰਨਿੰਗ ਵੀ ਇੱਕ ਸਜ਼ਾ ਵਾ, ਕਾਫੀ ਵੱਡੀ ਸਜ਼ਾ ਜਿਹੜੀ ਬੰਦੇ ਦੀ ਸਾਰੀ ਸਰਵਿਸ ਦੇ ਨਾਲ ਚੱਲਦੀ ਹੈ ਜੀ, ਉਹਨਾਂ ਨੂੰ ਜਿਹੜਾ ਬਹਾਲ ਕੀਤਾ ਜਾਵੇ ਤਾਂ ਕਿ ਪ੍ਰਬੰਧ ਵੀ ਚੱਲਣ ਤੇ ਕਿਸੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਮਨ ਦੇ ਅੰਦਰ ਕਿਸੇ ਤਰ੍ਹਾਂ ਦੀ ਇਹ ਬਣਾਵੇ ਕਿ ਸਾਡੀ ਕੋਈ ਗੱਲ ਸੁਣੀ ਨਹੀਂ ਜਾਂਦੀ। ਸੋ ਕਈ ਜਿਹੜੇ ਇੰਸਪੈਕਟਰ ਆ ਉਹਨਾਂ ਨੂੰ ਜਿਹੜਾ ਕਿ ਵਾਰਨਿੰਗ ਦੇ ਕੇ ਬਹਾਲ ਕੀਤਾ ਗਿਆ। ਕੁੱਲ ਜਾਂਚ ਚੱਲ ਰਹੀ ਹੈ ਜੀ, ਇਸ ਤੋਂ ਅੱਗੇ ਸੁਪਰਵਾਈਜ਼ਰ ਆਉਣਗੇ, ਫਿਰ ਸਾਡੇ ਇੰਸਪੈਕਟਰ ਸਾਹਿਬਾਨ, ਇਸ ਤਰ੍ਹਾਂ ਕਰਕੇ ਜਾਂਚ ਹਾਲੇ ਬਾਕੀ ਆ ਜੀ। ਇਹ ਪਹਿਲੀ ਜਿਹੜੀ ਮਤਲਬ ਕੜੀ ਸੀ ਉਹ ਜਾਂਚ ਕੀਤੀ ਗਈ ਹੈ ਤੇ ਜਿਹੜੇ ਬਾਕੀ ਬਚਦੇ ਇੰਸਪੈਕਟਰ ਆ ਜਾਂ ਹੋਰ ਆ ਉਹਨਾਂ ਦੀ ਜਿਹੜੀ ਦੋਸ਼ ਦੇ ਮੁਤਾਬਕ ਉਹਨਾਂ ਨੂੰ ਅਗਲੇ ਸਮੇਂ ਦੇ ਅੰਦਰ ਸਜ਼ਾ ਦਿੱਤੀ ਜਾਏਗੀ।
ਜੀ ਜਿੰਨਾ ਕਿਸੇ ਦਾ ਦੋਸ਼ ਬਣਦਾ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਲੰਗਰ ਵਿੱਚ ਬਚਦੇ ਸੁੱਕੇ ਪ੍ਰਸ਼ਾਦਿਆਂ ਦੀ ਨਿਲਾਮੀ ਦੇ ਵਿੱਚ ਘੁਟਾਲਾ ਪਾਇਆ ਗਿਆ ਸੀ, ਜਿਸ ਸੰਬੰਧੀ ਕਾਰਵਾਈ ਕਰਦੇ ਹੋਏ SGPC ਨੇ 51 ਮੁਲਾਜ਼ਮ ਮੁਅੱਤਲ ਕਰ ਦਿੱਤੇ ਸੀ। ਇਸ ਸੰਬੰਧੀ ਉਹਨਾਂ ਵੱਲੋਂ ਲਗਾਤਾਰ ਜਾਂਚ ਪੜਤਾਲ ਵੀ ਕੀਤੀ ਜਾ ਰਹੀ ਸੀ ਅਤੇ ਹੁਣ ਜਾਂਚ ਪੜਤਾਲ ਤੋਂ ਬਾਅਦ 51 ਵਿੱਚੋਂ 23 ਮੁਲਾਜ਼ਮਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ ਅਤੇ ਬਾਕੀਆਂ ਦੀ ਜਾਂਚ ਅਜੇ ਵੀ ਜਾਰੀ ਹੈ। ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬ੍ਰੇਕ ਤੋਂ ਬਾਅਦ ਸਾਰਿਆਂ ਦਾ ਇੱਕ ਵਾਰ ਫਿਰ ਸਵਾਗਤ ਹੈ। ਬਾਅਦ ਦੀਆਂ ਅਗਲੀ ਖਬਰ ਵੱਲ। ਜਿਨਸੀ ਸ਼ੋਸ਼ਣ ਤੋਂ ਬਾਅਦ ਹੁਣ ਪੰਜਾਬ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਇੱਕ ਹੋਰ ਵਿਵਾਦ 'ਚ ਘਿਰਦੇ ਵਿਖਾਈ ਦੇ ਰਹੇ ਨੇ, ਜਿਸ ਨਾਲ ਪੰਜਾਬ ਸਰਕਾਰ ਦੀ ਸਿਰਦਰਦੀ ਵੱਧ ਸਕਦੀ ਹੈ। ਦਰਅਸਲ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਪਠਾਨਕੋਟ ਜ਼ਮੀਨ ਦਾ ਘੁਟਾਲਾ ਮੁੱਦਾ ਚੁੱਕ ਲਿਆ ਹੈ, ਜਿਸ ਵਿੱਚ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ, ਕੁਲਦੀਪ ਸਿੰਘ ਧਾਲੀਵਾਲ ਤੇ ਇੱਕ ਹੋਰ ਸਰਕਾਰੀ ਅਧਿਕਾਰੀ ਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ। ਪਠਾਨਕੋਟ ਜ਼ਮੀਨ ਘੁਟਾਲੇ ਵਿੱਚ ਆਪ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਦਾ ਨਾਮ ਸਾਹਮਣੇ ਆਉਣ ਤੇ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਦੇ ਅਸਤੀਫੇ ਦੀ ਮੰਗ ਕੀਤੀ ਹੈ। ਨਾਲ ਹੀ ਉਹਨਾਂ ਕਿਹਾ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਲਈ ਕਿਸੇ ਕੇਂਦਰੀ ਏਜੰਸੀ ਤੋਂ ਜਾਂਚ ਪੜਤਾਲ ਕਰਵਾਈ ਜਾਣੀ ਚਾਹੀਦੀ ਹੈ। ਕਾਂਗਰਸੀ ਆਗੂ ਬਾਜਵਾ ਨੇ ਇੱਕ ਖਬਰ ਦਾ ਹਵਾਲਾ ਦਿੰਦਿਆਂ ਟਵੀਟ ਕੀਤਾ, ਜਿਸ ਵਿੱਚ ਉਹਨਾਂ ਲਿਖਿਆ ਕਿ ਕੈਬਨਿਟ ਮੰਤਰੀ ਕਟਾਰੂ ਚੱਕ ਨੇ ਕਥਿਤ ਤੌਰ ਤੇ ਘੁਟਾਲੇ ਵਿੱਚ ਸ਼ਾਮਲ DDPO ਕੁਲਦੀਪ ਸਿੰਘ ਨੂੰ ਪਠਾਨਕੋਟ ਦੇ ਵਧੇਕ ਡਿਪਟੀ ਕਮਿਸ਼ਨਰ ਵਜੋਂ ਤਾਇਨਾਤ ਕਰਨ ਵਿੱਚ ਮਦਦ ਕੀਤੀ ਸੀ। ਉਹਨਾਂ ਅੱਗੇ ਲਿਖਿਆ ਕਿ ਦੋਸ਼ੀ ਮੰਤਰੀ ਜਾਂਚ ਤੱਕ ਸਰਕਾਰੀ ਕੰਮ ਤੋਂ ਦੂਰ ਰਹੇ। ਬਾਜਵਾ ਨੇ ਦੋਸ਼ ਲਗਾਇਆ ਕਿ ਇਸ ਪੋਸਟਿੰਗ ਨੂੰ ਹੋਰ ਸੁਵਿਧਾਜਨਕ ਬਣਾਉਣ ਦੇ ਲਈ ਕਟਾਰੂ ਚੱਕ ਨੇ ਤਤਕਾਲੀ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਇੱਕ ਡਮੀ ਆਫੀਸ਼ੀਅਲ ਯਾਨੀ ਕਿ DO ਪੱਤਰ ਵੀ ਲਿਖਿਆ। ਇਸ ਤੋਂ ਸਾਬਿਤ ਹੁੰਦਾ ਹੈ ਕਿ ਕਟਾਰੂ ਚੱਕ ਦਾਗੀ DDPO ਨਾਲ ਮਿਲ ਕੇ ਕੰਮ ਕਰ ਰਿਹਾ ਸੀ। ਅਜਿਹੇ ਦੇ ਵਿੱਚ ਕੈਬਨਿਟ ਮੰਤਰੀ ਵੱਲੋਂ ਪਠਾਨਕੋਟ ਜ਼ਮੀਨ ਘੁਟਾਲੇ ਦੀ ਜਾਂਚ ਵਿੱਚ ਰੁਕਾਵਟ ਆਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜਾਂਚ ਪੂਰੀ ਹੋਣ ਤੱਕ ਮੰਤਰੀ ਨੂੰ ਸਰਕਾਰੀ ਕੰਮ ਤੋਂ ਦੂਰ ਰਹਿਣਾ ਚਾਹੀਦਾ ਹੈ। ਬਾਜਵਾ ਨੇ ਅੱਗੇ ਕਿਹਾ ਕਿ ਕਟਾਰੂ ਚੱਕ ਨੇ ਆਪਣੇ ਖਿਲਾਫ ਜਿਨਸੀ ਸ਼ੋਸ਼ਣ ਮਾਮਲੇ ਦੀ ਪੰਜਾਬ ਪੁਲਿਸ ਦੀ ਸਿੱਟ ਜਾਂਚ ਨੂੰ ਵੀ ਪ੍ਰਭਾਵਿਤ ਕੀਤਾ। ਸਿੱਟੇ ਵਜੋਂ ਕੇਸ ਦਾ ਪੀੜਿਤ ਸ਼ਿਕਾਇਤਕਰਤਾ ਆਪਣੇ ਪਹਿਲੇ ਬਿਆਨਾਂ ਤੋਂ ਪਿੱਛੇ ਹਟ ਗਿਆ ਅਤੇ ਆਪਣੀ ਸ਼ਿਕਾਇਤ ਵਾਪਸ ਲੈ ਲਈ। ਨਾਲ ਹੀ ਉਹਨਾਂ ਦੋਸ਼ ਲਗਾਇਆ ਕਿ SIT ਨੇ ਪੀੜਿਤ ਅਤੇ ਉਸਦੇ ਪਰਿਵਾਰ ਤੇ ਸ਼ਿਕਾਇਤ ਵਾਪਸ ਲੈਣ ਲਈ ਦਬਾਅ ਵੀ ਪਾਇਆ ਸੀ, ਜਦਕਿ ਰਾਜਪਾਲ ਵੱਲੋਂ ਬਣਾਈ ਗਈ ਫੋਰੈਂਸਿਕ ਜਾਂਚ ਰਿਪੋਰਟ ਤੋਂ ਸਾਫ਼ ਪਤਾ ਲੱਗਦਾ ਹੈ ਕਿ ਵੀਡੀਓ ਨਾਲ ਛੇੜਛਾੜ ਨਹੀਂ ਕੀਤੀ ਗਈ ਸੀ। ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਹੁਣ ਦੂਜੀ ਵਾਰ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਮੰਤਰੀ ਕਟਾਰੂ ਚੱਕ ਦਾ ਨਾਮ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਕੇਂਦਰੀ ਏਜੰਸੀ ਵੱਲੋਂ ਜਾਂਚ ਸ਼ੁਰੂ ਹੋਣ ਤੋਂ ਪਹਿਲਾਂ ਕਟਾਰੂ ਚੱਕ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਨਾਲ ਹੀ ਕਿਹਾ ਕਿ ਜੇਕਰ ਸੂਬੇ ਦੀ ਕੋਈ ਜਾਂਚ ਏਜੰਸੀ ਇਸ ਮਾਮਲੇ ਦੀ ਜਾਂਚ ਕਰਦੀ ਹੈ ਤਾਂ ਉਹ ਭਰੋਸੇਮੰਦ ਨਹੀਂ ਹੋਵੇਗੀ। ਉੱਥੇ ਇਸ ਮਾਮਲੇ ਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਆਪਣਾ ਪ੍ਰਤੀਕਰਮ ਸਾਂਝਾ ਕੀਤਾ ਹੈ। ਨਾਲ ਹੀ ਉਹਨਾਂ ਨੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਤੋਂ ਇਲਾਵਾ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਖਿਲਾਫ FIR ਦਰਜ ਕਰਨ ਦੀ ਮੰਗ ਕੀਤੀ, ਕਿਉਂਕਿ ਉਹਨਾਂ ਨੇ ਆਪਸ ਵਿੱਚ ਰਲ ਕੇ ਇੱਕ ਦਾਗੀ DDPO ਨੂੰ ADC ਪਠਾਨਕੋਟ ਦਾ ਐਡੀਸ਼ਨ ਚਾਰਜ ਦਿੱਤਾ, ਜਿਸ ਨੇ ਸੇਵਾ ਮੁਕਤੀ ਤੋਂ ਪਹਿਲਾਂ 100 ਏਕੜ ਬੇਸ਼ਕੀਮਤੀ ਪੰਚਾਇਤੀ ਜ਼ਮੀਨ ਪ੍ਰਾਈਵੇਟ ਵਿਅਕਤੀਆਂ ਦੇ ਨਾਮ ਚੜਾ ਦਿੱਤੀ। 100 ਏਕੜ ਵਿੱਚ ਇਲੀਗਲ ਮਾਈਨਿੰਗ ਘੁਟਾਲਾ ਦਾ ਕੇਸ ਆਇਆ, ਜਿੱਥੇ ਜੋ ਇਹਨਾਂ ਦਾ ਕਟਾਰੂ ਚੱਕ ਮੰਤਰੀ ਹੈ ਜਿਹੜਾ ਇੰਨਾ ਬਦਨਾਮ ਹੈ, ਜਿਹਦੇ ਵੀਡੀਓ ਆਏ ਆ, ਜਿਹਨੂੰ ਕੱਢਣਾ ਚਾਹੀਦਾ ਸੀ, ਉਹਦੇ ਕਹਿਣ ਤੇ ਇੱਕ ਸਪੈਸ਼ਲ ਅਫਸਰ ਕੁਲਦੀਪ ਸਿੰਘ ਉਹਦਾ ਨਾਮ ਹੈ, ਉਹ ਪਹਿਲੇ 20 ਤਰੀਕ ਫਰਵਰੀ ਨੂੰ ਉਹ BDPO ਸੀ, 21 ਤਰੀਕ ਨੂੰ ਉਹਨੂੰ DDPO ਬਣਾਤਾ, 23 ਤਰੀਕ ਨੂੰ ਉਹਨੂੰ ਐਡੀਸ਼ਨਲ ਚਾਰਜ ਦੇਤਾ ADC, ਤੇ ਨਾਲ ਦੇ ਨਾਲ ਉਹਨੂੰ ADC ਬਣਾ ਕੇ ਉਹ ਜੇ 100 ਏਕੜ ਜ਼ਮੀਨ ਆਪਣੇ ਚਹੇਤਿਆਂ ਨੂੰ ਦੇਤੀ। ਇਲੀਗਲੀ ਸਰਕਾਰੀ ਜ਼ਮੀਨ ਇੱਕ ਆਪਣੇ ਕਿਸੇ ਪ੍ਰਾਈਵੇਟ ਬੰਦੇ ਨੂੰ ਦੇਣੀ, 100 ਏਕੜ ਮਾਈਨਿੰਗ ਦੀ ਜ਼ਮੀਨ, ਆ ਇੱਕ ਬਹੁਤ ਵੱਡਾ ਨੈਕਸਸ ਹੁਣ ਆਮ ਆਦਮੀ ਪਾਰਟੀ ਦੇ ਮਿਨਿਸਟਰਾਂ ਦਾ MLA ਦਾ ਬਣ ਗਿਆ। ਮੈਂ ਇਹਨਾਂ ਨੂੰ ਮੁੱਖ ਮੰਤਰੀ ਕਹਿਣਾ ਹੈ, ਆ ਜਿਹੜਾ ਕਟਾਰੂ ਚੱਕ ਹੈ, ਪਹਿਲੇ ਉਹਦੇ ਜਿਹੜਾ ਸਕੈਮ ਆਇਆ ਹੈ, ਇਹ ਜੀ ਮਾੜੀ ਹਰਕਤ ਕੀਤੀ ਹੈ, ਜਿਹੜੀ ਦੱਸਿਆ ਸ਼ਰਮ ਆਉਂਦੀ ਹੈ ਇਸ ਟੈਲੀਵਿਜ਼ਨ ਤੇ, ਉਹਨੂੰ ਹਲੇ ਵੀ ਮੰਤਰੀ ਬਣਾਈ ਬੈਠਿਆ। ਕੀ ਰਾਜ ਹੈ ਕਟਾਰੂ ਚੱਕ ਕੋਲੇ ਮੁੱਖ ਮੰਤਰੀ ਦੇ, ਜਿਹੜੇ ਉਹਨੂੰ ਹਟਾਉ ਨਹੀਂ ਰਿਹਾ।
ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਪਹਿਲਾਂ ਤੋਂ ਹੀ ਜਿਨਸੀ ਸ਼ੋਸ਼ਣ ਦੇ ਮਾਮਲੇ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਸੀ ਅਤੇ ਹੁਣ ਇੱਕ ਹੋਰ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਆਪ ਸਰਕਾਰ ਮੁਸ਼ਕਿਲਾਂ ਦੇ ਵਿੱਚ ਘਿਰਦੀ ਹੋਈ ਦਿਖਾਈ ਦੇ ਰਹੀ ਹੈ। ਜਿਨਸੀ ਸ਼ੋਸ਼ਣ ਦਾ ਮਾਮਲਾ ਕਿਤੇ ਨਾ ਕਿਤੇ ਦਬ ਗਿਆ, ਪਰ ਹੁਣ ਵੇਖਣਾ ਹੋਵੇਗਾ ਕਿ ਪਠਾਨਕੋਟ ਜ਼ਮੀਨ ਮਾਮਲੇ ਦੇ ਵਿੱਚ ਆਪ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਤੇ ਕੋਈ ਕਾਰਵਾਈ ਹੁੰਦੀ ਹੈ ਜਾਂ ਫਿਰ ਨਹੀਂ। ਵਿਰੋਧੀਆਂ ਤੇ ਕਾਰਵਾਈ ਕਰਨ ਨੂੰ ਲੈ ਕੇ ਬੀਜੇਪੀ ਦੀ ਕੇਂਦਰ ਸਰਕਾਰ ਲਗਾਤਾਰ ਵਿਵਾਦਾਂ 'ਚ ਘਿਰੀ ਹੋਈ ਹੈ। ਕਾਂਗਰਸੀ ਨੇਤਾ ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਵੱਲੋਂ ਮਿਲੀ ਰਾਹਤ ਤੇ ਹੁਣ ਕਾਂਗਰਸੀ ਆਗੂਆਂ ਨੇ ਭਾਜਪਾ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਗਾਂਧੀ ਦੀ ਬਹਾਲੀ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਇਹ ਬੀਜੇਪੀ ਦੇ ਮੂੰਹ ਤੇ ਚਪੇੜ ਹੈ। ਸੁਪਰੀਮ ਕੋਰਟ ਵੱਲੋਂ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੂੰ ਦਿੱਤੀ ਗਈ ਰਾਹਤ ਤੋਂ ਬਾਅਦ ਜਿੱਥੇ ਕਾਂਗਰਸੀ ਨੇਤਾਵਾਂ ਅਤੇ ਵਿਰੋਧੀ ਗੱਠਜੋੜ ਇੰਡੀਆ ਦੇ ਵਿੱਚ ਖੁਸ਼ੀ ਪਾਈ ਜਾ ਰਹੀ ਹੈ, ਉੱਥੇ ਹੀ ਇਹਨਾਂ ਆਗੂਆਂ ਵੱਲੋਂ ਬੀਜੇਪੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਦੇ ਚਲਦਿਆਂ ਰਾਹੁਲ ਗਾਂਧੀ ਦੀ ਬਹਾਲੀ ਨੂੰ ਲੈ ਕੇ ਰਾਜਾ ਵੜਿੰਗ ਬੀਜੇਪੀ ਸਰਕਾਰ ਤੇ ਵਰਦੇ ਹੋਏ ਵਿਖਾਈ ਦਿੱਤੇ ਨਹੀਂ। ਉਹਨਾਂ ਕਿਹਾ ਹੈ ਕਿ ਇਹ ਬੀਜੇਪੀ ਦੇ ਮੂੰਹ ਤੇ ਇੱਕ ਵੱਡੀ ਚਪੇੜ ਹੈ, ਕਿਉਂਕਿ ਉਹਨਾਂ ਨੂੰ ਕਿਤੇ ਨਾ ਕਿਤੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵਿੱਚ ਹੋਈ ਸਫਲਤਾ ਦਾ ਡਰ ਸਤਾ ਰਿਹਾ ਸੀ। ਮੈਂ ਸਮਝਦਾ ਕਿ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਔਰ ਬਹੁਤ ਵੱਡਾ ਇੱਕ ਤਮਾਚਾ ਬੀਜੇਪੀ ਦੇ ਮੂੰਹ ਤੇ ਵੱਜਿਆ ਇਸ ਗੱਲ ਨਾਲ। ਕਿਸ ਪ੍ਰਕਾਰ ਸਾਜ਼ਿਸ਼ ਦੇ ਤਹਿਤ, ਕਿਉਂਕਿ ਕਿਤੇ ਨਾ ਕਿਤੇ ਰਾਹੁਲ ਗਾਂਧੀ ਦਾ ਡਰ ਸਤਾ ਰਿਹਾ ਸੀ ਭਾਰਤ ਜੋੜੋ ਯਾਤਰਾ ਤੋਂ ਬਾਅਦ, ਜਿਸ ਪ੍ਰਕਾਰ ਲੋਕ ਆਏ ਉਸ ਯਾਤਰਾ ਸ਼ਾਮਲ ਹੋਏ ਤੇ ਜਿਹੜੀ ਛਵੀ ਨੂੰ ਕਰੋੜਾਂ ਰੁਪਇਆ ਲਾ ਕੇ ਖਰਾਬ ਕੀਤਾ ਸੀ ਰਾਹੁਲ ਗਾਂਧੀ ਨੂੰ, ਤੇ ਲੋਕਾਂ ਨੂੰ ਇਹ ਸਿੱਧ ਹੋ ਗਿਆ ਕਿ ਰਾਹੁਲ ਗਾਂਧੀ ਅਸਲ ਦੇ ਵਿੱਚ ਹੈ ਕੀ ਚੀਜ਼। 4 ਵਜੇ ਉੱਠਣ ਵਾਲਾ ਵਿਅਕਤੀ ਤੇ ਰਾਤ ਨੂੰ 25 ਕਿਲੋਮੀਟਰ ਚੱਲ ਕੇ ਹਜ਼ਾਰਾਂ ਲੱਖਾਂ ਲੋਕਾਂ ਨੂੰ ਮਿਲ ਕੇ ਤੇ ਰਾਤ ਨੂੰ ਸੌਣ ਵਾਲਾ ਵਿਅਕਤੀ, ਲੋਕ ਉਹਨਾਂ ਨੇ ਆਪਦੀ ਛਵੀ ਬਦਲੀ। ਲੋਕਾਂ ਨੂੰ ਯਕੀਨ ਹੋਇਆ ਕਿ ਇਹ ਪ੍ਰੋਪੋਗੰਡਾ ਸੀਗਾ ਜਿਹੜਾ ਬੀਜੇਪੀ ਦਾ। ਔਰ ਅੱਜ ਉਹਨਾਂ ਦੀ ਲੋਕਪ੍ਰਿਯਤਾ ਨੂੰ ਵੇਖਦੇ ਹੋਏ ਜਦੋਂ ਉਹਨਾਂ ਨੇ ਅਡਾਨੀ ਦੇ ਬਾਰੇ ਸਵਾਲ ਪੁੱਛੇ ਤਾਂ ਉਹਨਾਂ ਨੂੰ ਸੰਸਦ 'ਚੋਂ ਉਹਨਾਂ ਨੂੰ ਸਜ਼ਾ ਕਰਾ ਦਿੱਤੀ ਗਈ। ਸਜ਼ਾ ਉਸ ਕੇਸ 'ਚੋਂ ਕਰਾਈ ਜਿਸ ਕੇਸ 'ਚ 75 ਸਾਲਾਂ 'ਚ ਕਦੇ ਜ਼ਿੰਦਗੀ 'ਚ ਕਿਸੇ ਨੂੰ ਆਜ਼ਾਦੀ ਤੋਂ ਬਾਅਦ ਸਜ਼ਾ ਨਹੀਂ ਹੋਈ। ਮੈਕਸੀਮਮ ਸਜ਼ਾ ਸੁਣਾ ਦਿੱਤੀ ਗਈ। ਹੁਣ ਜੇ ਕਿਸੇ ਦੀ ਸਜ਼ਾ ਫਾਂਸੀ ਹੈ ਤਾਂ ਉਹਨੂੰ ਫਾਂਸੀ ਨਹੀਂ ਸੁਣਾਈ ਜਾਂਦੀ। ਸੋ 2 ਸਾਲ ਦੀ ਮੈਕਸੀਮਮ ਸਜ਼ਾ ਤੋਂ ਜਾਣ ਬੁੱਝ ਕੇ ਗਿਣੀ ਮਿਨੀ ਸਾਜ਼ਿਸ਼ ਦੇ ਤਹਿਤ ਹੋਇਆ ਕਿ ਉਹਨਾਂ ਦੀ ਸਦਸਤਾ ਰੱਦ ਕਰਾਂਗੇ, ਉਹਨਾਂ ਦਾ ਘਰ ਵਾਪਸ ਲਵਾਂਗੇ। ਪਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਹਜੇ ਇਨਸਾਨੀਅਤ ਜਿਉਂਦਾ ਹੈਗੀ ਆ। ਥੱਲੇ ਤਾਂ ਕੰਮ ਖਰਾਬ ਹੋ ਗਿਆ ਸੀ, ਲੇਕਿਨ ਮਾਨਯੋਗ ਸੁਪਰੀਮ ਕੋਰਟ ਦਾ ਮੈਂ ਧੰਨਵਾਦੀ ਹਾਂ ਕਿ ਕਿਤੇ ਨਾ ਕਿਤੇ ਨਿਆਂਪਾਲਿਕਾ ਤੇ ਅੱਜ ਫੇਰ ਦੇਸ਼ ਦੇ ਲੋਕਾਂ ਦਾ ਭਰੋਸਾ ਜਿਹੜਾ ਉਹ ਬਣਿਆ ਹੈ ਔਰ ਹੁਣ ਉਹਨਾਂ ਦੀ ਸਦਸਤਾ ਬਹਾਲ ਕੀਤੀ ਹੈ। ਉਹਨਾਂ ਨੂੰ ਵੀ ਪਤਾ ਸੀ ਵੀ ਜੇ ਨਾ ਕੀਤੀ ਗਈ ਤਾਂ ਫਿਰ ਇਹ ਕੋਰਟ ਦਾ ਦਰਵਾਜ਼ਾ ਫਿਰ ਖਟਖਟਾਉਣਗੇ। ਸੋ ਅੱਜ ਰਾਹੁਲ ਗਾਂਧੀ ਜੀ ਦੇਸ਼ ਦੀ ਪਾਰਲੀਮੈਂਟ 'ਚ ਗਏ ਔਰ ਸਾਨੂੰ ਪੂਰਨ ਉਮੀਦ ਹੈ ਕਿ ਲੋਕਾਂ ਦੀ ਜਿਹੜੀ ਆਵਾਜ਼ ਉਹ ਫਿਰ ਉਸੇ ਤਰ੍ਹਾਂ ਬੁਲੰਦ ਕਰਨਗੇ। ਔਰ ਮੇਰੀ ਗੱਲ ਯਾਦ ਰੱਖਿਓ, ਉਹ ਦਿਨ ਦੂਰ ਨਹੀਂ ਜਿੱਦਾਂ ਦੇਸ਼ ਦੀ ਮੈਂ ਸਮਝਦਾ ਕਿ ਵਾਗਡੋਰ ਰਾਹੁਲ ਗਾਂਧੀ ਜੀ ਆਉਣ ਵਾਲੇ ਸਮੇਂ 'ਚ ਸੰਭਾਲਣ। ਇਸ ਤੋਂ ਇਲਾਵਾ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਤੇ ਈਡੀ ਵੱਲੋਂ ਕਸੇ ਗਏ ਸ਼ਿਕੰਜੇ ਤੇ ਵੀ ਰਾਜਾ ਵੜਿੰਗ ਨੇ ਕੇਂਦਰ ਸਰਕਾਰ ਨੂੰ ਆੜੇ ਹੱਥੀ ਲਿਆ। ਦੇਖੋ, ਇਹ ਸਾਰੀਆਂ ਜਿਹੜੀਆਂ ਸ਼ਰਾਰਤਾਂ ਹੈ ਬੀਜੇਪੀ ਸਰਕਾਰ ਕਰਦੀ ਹੈ, ਨੈਚੁਰਲੀ ਉਹਦੇ ਨਾਲ ਈਡੀ ਦਾ ਕੀ ਮਤਲਬ ਹੈ। ਈਡੀ ਤਾਂ ਜੇ ਕੋਈ ਮਨੀ ਲਾਂਡਰਿੰਗ ਕੀਤੀ ਹੋਵੇ ਕਿਸੇ ਨੇ ਫਿਰ ਹੁੰਦਾ ਹੈ, ਅਦਰਵਾਈਜ਼ ਤਾਂ ਈਡੀ ਦਾ ਕੋਈ ਲੈਣਾ ਦੇਣਾ ਨਹੀਂ ਹੈ। ਸੋ ਇਹ ਨਾ ਕੇਵਲ ਓਪੀ ਸੋਨੀ ਜੀ, ਇਹ ਪੂਰੇ ਦੇਸ਼ ਦੇ ਵਿੱਚ ਜੋ ਚੱਲ ਰਿਹਾ ਸਾਰੀ ਦੁਨੀਆ ਜਾਣਦੀ ਹੈ। ਈਡੀ ਨੇ ਤਾਂ ਸ਼੍ਰੀਮਤੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਜੀ ਨੂੰ ਨਹੀਂ ਬਖਸ਼ਿਆ। ਸੋ ਇਸ ਤਰ੍ਹਾਂ ਦੀ ਰਾਜਨੀਤੀ ਬਹੁਤਾ ਚਿਰ ਇਸ ਦੇਸ਼ ਦੇ ਵਿੱਚ ਚੱਲਣੀ ਨਹੀਂ। ਦੱਸ ਦਈਏ ਕਿ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਖਿਲਾਫ ਵਿਜੀਲੈਂਸ ਦੀ ਕਾਰਵਾਈ ਤਾਂ ਚੱਲ ਹੀ ਰਹੀ ਸੀ ਅਤੇ ਹੁਣ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਨੂੰ ਲੈ ਕੇ ਈਡੀ ਨੇ ਵੀ ਉਹਨਾਂ ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਈਡੀ ਨੇ ਵਿਜੀਲੈਂਸ ਤੋਂ ਓਪੀ ਸੋਨੀ ਦੀ ਚੱਲ ਅਤੇ ਅਚਲ ਜਾਇਦਾਦ ਤੋਂ ਇਲਾਵਾ ਬੈਂਕ ਖਾਤਿਆਂ ਅਤੇ ਹੋਰ ਦਸਤਾਵੇਜ਼ਾਂ ਸੰਬੰਧੀ ਜਾਣਕਾਰੀ ਮੰਗੀ ਹੈ। ਇਸੇ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸੁਪਰੀਮ ਕੋਰਟ ਨੇ ਰਾਹੁਲ ਗਾਂਧੀ ਨੂੰ ਮੋਦੀ ਟਿੱਪਣੀ ਸਰਨੇਮ ਕੇਸ ਦੇ ਵਿੱਚ ਸੂਰਤ ਕੋਰਟ ਵੱਲੋਂ ਸੁਣਾਈ ਗਈ 2 ਸਾਲ ਦੀ ਸਜ਼ਾ ਤੇ ਰੋਕ ਲਗਾ ਦਿੱਤੀ ਹੈ, ਜਿਸ ਤੋਂ ਬਾਅਦ ਹੁਣ ਉਹਨਾਂ ਦੀ ਲੋਕ ਸਭਾ ਮੈਂਬਰਸ਼ਿਪ ਵੀ ਬਹਾਲ ਕਰ ਦਿੱਤੀ ਗਈ ਹੈ। ਦੁਨੀਆ ਨੂੰ ਅਲਵਿਦਾ ਆਖ ਚੁੱਕੇ KLF ਮੁਖੀ ਅਵਤਾਰ ਸਿੰਘ ਖੰਡਾ ਤੇ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਦੱਸਿਆ ਹੈ ਕਿ ਕਿਸ ਤਰ੍ਹਾਂ ਅਵਤਾਰ ਸਿੰਘ ਖੰਡਾ ਨੂੰ ਭਾਰਤ ਵਿੱਚ ਮਾੜਾ ਦਿਖਾਇਆ ਜਾ ਰਿਹਾ ਸੀ। ਨਾਲੇ ਉਹਨਾਂ ਨੇ ਵੀ ਖੰਡਾ ਦੀ ਮੌਤ ਤੇ ਸ਼ੱਕ ਜ਼ਾਹਰ ਕੀਤਾ ਹੈ। ਲੰਘੀ 15 ਜੂਨ ਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਅਵਤਾਰ ਸਿੰਘ ਖੰਡਾ ਦੀ ਲੰਡਨ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਖਾਲਿਸਤਾਨੀ ਪੱਖੀ ਆਗੂਆਂ ਵੱਲੋਂ ਇਸ ਪਿੱਛੇ ਕੋਈ ਸਿਆਸੀ ਰੰਜਿਸ਼ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਹੁਣ ਇਸ ਮਾਮਲੇ ਤੇ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਇੱਕ ਵੀਡੀਓ ਜਾਰੀ ਕਰਦੇ ਹੋਏ ਅਵਤਾਰ ਸਿੰਘ ਖੰਡਾ ਤੇ ਆਪਣਾ ਪ੍ਰਤੀਕਰਮ ਸਾਂਝਾ ਕੀਤਾ ਅਤੇ ਕਈ ਵੱਡੇ ਖੁਲਾਸੇ ਕੀਤੇ ਨੇ। ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਨੇ ਦੱਸਿਆ ਕਿ ਕਿਸ ਤਰ੍ਹਾਂ ਅਵਤਾਰ ਸਿੰਘ ਖੰਡਾ ਨੂੰ ਭਾਰਤ ਦੇ ਵਿੱਚ ਮਾੜਾ ਵਿਖਾਇਆ ਜਾ ਰਿਹਾ ਹੈ। ਉਹਨਾਂ ਹੋਰ ਕੀ ਕੁਝ ਕਿਹਾ, ਆਓ ਤੁਸੀਂ ਵੀ ਸੁਣੋ। ਅਸੀਂ ਜੋ ਕਰਦੇ ਹਾਂ ਆਪਣੇ ਜੋ ਸਾਡਾ ਪਿਆਰ ਆ ਕੌਮ ਨਾਲ, ਪੰਥ ਨਾਲ,
ਤੇ ਇੱਕ ਗੱਲ ਮੈਂ ਇਹ ਵੀ ਕਹਿਣੀ ਚਾਹੁੰਦਾ, ਬਹੁਤ ਕਲੀਅਰਲੀ ਕਹਿਣੀ ਚਾਹੁੰਦਾ, ਕਿਉਂਕਿ ਕਈ ਵਾਰੀ ਇੰਨਾ ਦਬਾਅ ਪੈਂਦਾ ਆ ਵੀ ਤੁਸੀਂ ਆਪਣੇ ਜਿਹੜਾ ਭਈ ਤੁਹਾਡੀ ਸੋਚ ਆ ਦੂਰ ਹੋ ਜਾਓ। ਅਸੀਂ ਸੋਚ ਤੋਂ ਦੂਰ ਨਹੀਂ ਹੋਣਾ। ਤੇ ਮੇਰਾ ਜਿਹੜਾ ਦੋਸਤ ਸੀਗਾ ਅਵਤਾਰ ਸਿੰਘ ਖੰਡਾ, ਜਿਹੜਾ ਪੂਰਾ ਹੋ ਗਿਆ ਪਿਛਲੇ 2-3 ਹਫ਼ਤੇ, ਬਹੁਤ ਸਸਪੀਸ਼ੀਅਸਲੀ ਮੈਂ ਕਹਿੰਦਾ ਕਿ ਇੱਕਦਮ ਹੀ ਰਾਜੀ ਖੁਸ਼ੀ ਇੱਕ ਮੁੰਡਾ ਨੌਜਵਾਨ ਇੱਕਦਮ ਹੀ ਪੂਰਾ ਹੋ ਜਾਵੇ, ਉਹ ਸ਼ੱਕ ਤਾਂ ਹੁੰਦੀ ਆ ਵੀ ਕਿਉਂ ਹੋਇਆ। ਉਹ ਸਾਡਾ ਚੰਗਾ ਫਰੈਂਡ ਸੀਗਾ। ਅਸੀਂ ਕਿਸੇ ਵਿਊ ਨਹੀਂ ਦਿੰਦੇ ਮਾੜਾ ਚੰਗਾ, ਕਿਉਂਕਿ ਲੋਕਤੰਤਰ ਤੌਰ 'ਤੇ ਇੰਡੀਆ ਦੀ ਸੁਪਰੀਮ ਕੋਰਟ ਕਹਿੰਦੀ ਆ ਤੁਸੀਂ ਪੋਲੀਟੀਕਲੀ ਜੋ ਮਰਜ਼ੀ ਮੰਗ ਸਕਦੇ, ਖਾਲਸਾ ਮੰਗ ਸਕਦੇ, ਜੋ ਮਰਜ਼ੀ ਮੰਗ ਸਕਦੇ। ਉਹਦਾ ਵੀ ਹੱਕ ਸੀਗਾ। ਸਾਡੇ ਇੱਦਾਂ ਦੇ ਹੈਗੇ ਭੈਣ ਭਰਾ ਦਿਨ ਦਿਹਾੜੀ ਪਾਉਂਦੇ ਪੋਸਟ, ਇਹਦੇ ਵਿੱਚ ਅਸੀਂ ਕੋਈ ਗਲਤ ਨਹੀਂ ਸਮਝਦੇ, ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਇੱਕ ਬੰਦੇ ਨੂੰ ਤੁਸੀਂ ਉਹ ਪੂਰਾ ਹੋ ਗਿਆ, ਸ਼ੱਕ ਕਿੰਨੇ ਇੱਕਦਮ ਪੂਰਾ ਹੋ ਗਿਆ ਅਸੀਂ ਉਹਦਾ ਸਾਥ ਛੱਡ ਜਾਈਏ, ਇਹ ਕਦੀ ਗੱਲ ਨਹੀਂ ਹੋਣੀ। ਅਤੇ ਕਈ ਵਾਰੀ ਕਹਿੰਦੇ ਹਾਂਜੀ ਉਹ ਰਵੀ ਸਿੰਘ ਦਾ ਫਰੈਂਡ ਆ, ਇਹ ਬਿਲਕੁਲ ਹੈਗਾ, ਸਾਡਾ ਭਰਾ ਹੀ ਸੀਗਾ, ਨਿੱਕਾ ਭਰਾ। ਦੱਸ ਦਈਏ ਕਿ ਬਰਤਾਨੀਆ ਵਿੱਚ KLF ਦੇ ਮੁਖੀ ਅਤੇ ਅੰਮ੍ਰਿਤਪਾਲ ਸਿੰਘ ਦੇ ਮੁੱਖ ਹੈਂਡਲਰ ਕਹੇ ਜਾਂਦੇ ਅਵਤਾਰ ਸਿੰਘ ਖੰਡਾ ਦਾ ਲੰਡਨ ਦੇ ਇੱਕ ਹਸਪਤਾਲ ਵਿੱਚ ਲੰਘੀ 15 ਜੂਨ ਨੂੰ ਦੇਹਾਂਤ ਹੋ ਗਿਆ ਸੀ। ਖੰਡਾ ਨੂੰ ਲਾਈਫ ਸਪੋਰਟ ਸਿਸਟਮ ਤੇ ਰੱਖਿਆ ਗਿਆ ਸੀ। ਅਵਤਾਰ ਸਿੰਘ ਖੰਡਾ ਤੇ ਲੰਡਨ ਸਥਿਤ ਭਾਰਤੀ ਦੂਤਾਵਾਸ ਬਾਹਰ ਤਿਰੰਗਾ ਉਤਾਰਨ ਦਾ ਵੀ ਦੋਸ਼ ਲੱਗਿਆ ਹੋਇਆ ਹੈ। ਸੂਤਰਾਂ ਅਨੁਸਾਰ KLF ਮੁਖੀ ਅਵਤਾਰ ਸਿੰਘ ਖੰਡਾ ਦੀ ਲੰਡਨ ਦੇ ਇੱਕ ਹਸਪਤਾਲ ਵਿੱਚ ਹੋਈ ਮੌਤ ਦਾ ਕਾਰਨ ਉਹਨਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਵੱਲੋਂ ਜ਼ਹਿਰ ਦੇਣ ਦਾ ਦੱਸਿਆ ਜਾ ਰਿਹਾ ਹੈ, ਪਰ ਉਸ ਸਮੇਂ ਇਹ ਜਾਣਕਾਰੀ ਮਿਲੀ ਸੀ ਕਿ ਅਵਤਾਰ ਸਿੰਘ ਖੰਡਾ ਬਲੱਡ ਕੈਂਸਰ ਤੋਂ ਪੀੜਿਤ ਸਨ, ਜਿਸ ਤੋਂ ਬਾਅਦ ਉਹਨਾਂ ਦੇ ਸਰੀਰ ਵਿੱਚ ਜ਼ਹਿਰ ਫੈਲ ਗਿਆ ਸੀ। ਬਾਲੀਵੁੱਡ ਅਦਾਕਾਰ ਸਨੀ ਦਿਓਲ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ ਗਦਰ 2 11 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਰਿਲੀਜ਼ ਤੋਂ ਪਹਿਲਾਂ ਇਹ ਫਿਲਮ ਕਈ ਗੱਲਾਂ ਨੂੰ ਲੈ ਕੇ ਸੁਰਖੀਆਂ ਵਿੱਚ ਬਣੀ ਹੋਈ ਹੈ। ਇਸ ਦੌਰਾਨ ਫਿਲਮ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ। ਗਦਰ 2 ਦਾ ਗੁਰਦਾਸਪੁਰ 'ਚ ਨੌਜਵਾਨਾਂ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ। ਹਲਕਾ ਵਾਸੀਆਂ ਨੇ ਫਿਲਮ ਦੇ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਗੁਰਦਾਸਪੁਰ ਤੋਂ ਸਾਂਸਦ ਸਨੀ ਦਿਓਲ ਕੋਲ ਆਪਣੀ ਫਿਲਮ ਗਦਰ 2 ਦੀ ਪ੍ਰਮੋਸ਼ਨ ਲਈ ਅੰਮ੍ਰਿਤਸਰ ਦੇ ਬਾਗਾ ਬਾਰਡਰ ਅਤੇ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਆਉਣ ਦਾ ਸਮਾਂ, ਪਰ ਮਹਿਜ਼ 20 ਕਿਲੋਮੀਟਰ ਦੂਰ ਆਪਣੇ ਹਲਕੇ ਵਿੱਚ ਆਉਣ ਦੀ ਖੇਚਲ ਗੁਰਦਾਸਪੁਰ ਸਾਂਸਦ ਸਨੀ ਦਿਓਲ ਵੱਲੋਂ ਨਹੀਂ ਕੀਤੀ ਗਈ, ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਉਹਨਾਂ ਖਿਲਾਫ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਗੁਰਦਾਸਪੁਰ ਦੇ ਲੋਕਾਂ ਨੇ ਇਹ ਫੈਸਲਾ ਲਿਆ ਕਿ ਹੁਣ ਉਹ ਸਨੀ ਦਿਓਲ ਦੀ ਆਉਣ ਵਾਲੀ ਨਵੀਂ ਫਿਲਮ ਗਦਰ 2 ਦਾ ਬਾਈਕਾਟ ਕਰਨਗੇ। ਸਨੀ ਦਿਓਲ ਜੀ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਆਏ ਆਪਣੀ ਫਿਲਮ ਦੀ ਪ੍ਰਮੋਸ਼ਨ ਕਰਨ ਵਾਸਤੇ, ਗਦਰ 2 ਦਰਬਾਰ ਸਾਹਿਬ ਵੀ ਗਏ, ਅੱਛੀ ਗੱਲ ਹੈ, ਪਰ ਮੈਨੂੰ ਇਹ ਸੁਣ ਕੇ ਦੁੱਖ ਵੀ ਹੋਇਆ ਕਿ ਲੱਖਾਂ ਦੀ ਤਾਦਾਦ ਦੇ ਵਿੱਚ ਇਸ ਸਨੀ ਦਿਓਲ ਨੂੰ ਗੁਰਦਾਸਪੁਰ ਨੇ ਵੋਟਾਂ ਪਾਈਆਂ ਤੇ ਔਰ 4 ਕਦਮ ਚੱਲ ਕੇ ਗੁਰਦਾਸਪੁਰ ਨਹੀਂ ਪਹੁੰਚ ਸਕੇ। ਪਿਛਲੇ ਸਮੇਂ 'ਚ ਇਹਨਾਂ ਦੇ ਖਿਲਾਫ ਪਿੰਡਾਂ 'ਚ ਪੋਸਟਰ ਲੱਗੇ ਸਨ ਕਿ ਸਨੀ ਦਿਓਲ ਗੁੰਮ ਹੈ, ਗੁੰਮ ਹੈ, ਗੁੰਮ ਹੈ। ਇਹ ਸੁਭਾਵਿਕ ਹੈ ਲੋਕਾਂ ਦਾ ਕਹਿਣਾ ਵੀ ਜਿਸ ਉਮੀਦ ਦੇ ਨਾਲ ਲੋਕਾਂ ਨੇ ਇਹਨੂੰ ਵੋਟਾਂ ਪਾਈਆਂ, ਜਿਵੇਂ ਕਿ ਪਿਛਲੇ ਸਮੇਂ 'ਚ ਵਿਨੋਦ ਖੰਨੇ ਨੇ ਲੋਕਾਂ ਦੇ ਕੰਮ ਕਰੇ ਸਨ, ਲੋਕੀ ਅੱਜ ਵੀ ਯਾਦ ਕਰਦੇ, ਪਰ ਪਾਰਟੀ ਨੇ ਜਿੱਥੇ ਬਹੁਤ ਵੱਡੀ ਗਲਤੀ ਕੀਤੀ ਉੱਥੇ ਗੁਰਦਾਸਪੁਰ ਦੀਆਂ ਲੋਕਾਂ ਨੇ ਵੀ ਮੈਂ ਸਮਝਦਾ ਕਿ ਗਲਤੀ ਕੀਤੀ ਆ ਇਸ ਕਲਾਕਾਰ ਨੂੰ ਵੋਟਾਂ ਪਾ ਕੇ। ਕਲਾਕਾਰ ਆਪਣੇ ਕਲਾਕਾਰੀ 'ਚ ਤਾਂ ਫਿੱਟ ਹੋ ਸਕਦਾ, ਪਰ ਰਾਜਨੀਤੀ ਵਿੱਚ ਮੈਂ ਜੇ ਤੁਸੀਂ ਕਹੋ 10 ਵਿੱਚ ਮੈਂ 0 ਨੰਬਰ ਦੇਵਾਂਗਾ, ਕਿਉਂਕਿ ਲੋਕ ਮਸਲੇ ਬਹੁਤ ਵੱਡੇ ਨੇ, ਬੇਰੁਜ਼ਗਾਰੀ ਬਹੁਤ ਵੱਡੇ ਦੇ ਪੱਧਰ 'ਤੇ ਆ। ਇਹ ਜਿੰਨੇ ਵੀ MP ਜਿੱਤ ਕੇ ਜਾਂਦੇ ਇਹਨਾਂ ਕੋਲ ਬਹੁਤ ਵੱਡੀ ਪਾਵਰ ਹੁੰਦੀ ਆ, ਉਸ ਪਾਵਰ ਨਾਲ ਲੋਕ ਮਸਲੇ ਹੱਲ ਕਰਨੇ ਹੁੰਦੇ ਨੇ। ਤਾਂ ਇਹਨਾਂ ਨੇ ਜਿਵੇਂ ਮੈਂ ਕਹਿ ਸਕਦਾ ਕਿ ਇੱਥੇ ਬੇਰੁਜ਼ਗਾਰੀ ਦੀ ਬਹੁਤ ਵੱਡੀ ਸਮੱਸਿਆ, ਇਹਨਾਂ ਨੂੰ ਕੋਈ ਇੰਡਸਟਰੀ ਲਾਉਣੀ ਚਾਹੀਦੀ ਸੀ। ਜੇ ਸੰਨੀ ਕਰਕੇ ਮੈਂ ਗੱਲ ਕਹਿਣੀ ਚਾਹੁੰਦਾ ਕਿ ਘੱਟੋ ਘੱਟ 15 ਸਾਲ ਜਿਹੜਾ ਗੁਰਦਾਸਪੁਰ ਦਾ ਹਲਕਾ ਇਹ ਪਿੱਛੇ ਚਲਿਆ ਗਿਆ। ਤੇ ਜਦੋਂ ਦੇ MP ਬਣੇ ਨੇ ਕਦੀ ਅਸੀਂ ਆਪਣੇ ਹਲਕੇ 'ਚ ਨਹੀਂ ਇਹਨਾਂ ਨੂੰ ਦੇਖਿਆ। ਕਰੋਨਾ ਦੀ ਮਾਰ ਆਈ, ਕਦੀ MP ਸਾਹਿਬ ਨਹੀਂ ਲੱਭੇ। ਕਿਸਾਨ ਅੰਦੋਲਨ ਚੱਲਿਆ, MP ਸਾਹਿਬ ਪੰਜਾਬ ਦੇ ਪੁੱਤ ਆਪਣੇ ਆਪ ਨੂੰ ਕਹਿੰਦੇ ਸੀ ਮੈਂ ਪੰਜਾਬ ਦੀ ਸੇਵਾ ਕਰਨ ਆਇਆ। ਪੰਜਾਬ ਦੇ ਉੱਪਰ ਆਫਤ ਬਣੀ, ਪੰਜਾਬ ਦੇ ਲੋਕ ਦਿੱਲੀ ਦੀ ਬਰੂਹਾਂ ਤੇ ਧਰਨੇ 'ਤੇ ਬੈਠੇ, ਪਰ ਸਾਡੇ MP ਸਾਹਿਬ ਨਹੀਂ ਲੱਭੇ। ਹੁਣ ਅੱਜ ਜੇ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਵੀ ਹੜ੍ਹ ਆ। ਗੁਰਦਾਸਪੁਰ ਦੇ ਰਾਵੀ ਦੇ ਨੇੜੇ ਦੇ ਬਹੁਤ ਪਿੰਡਾਂ ਦੇ ਵਿੱਚ ਹੜ੍ਹ ਆ ਜੋ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਆਏ ਨੇ, ਪਰ ਸਨੀ ਦਿਓਲ ਜੀ ਫਿਰ ਨਹੀਂ ਲੱਭੇ ਸਾਡੇ ਜੋ MP ਨੇ ਕਾਗਜ਼ਾਂ ਪੱਤਰਾਂ ਦੇ ਵਿੱਚ। ਤੇ 2 ਦਿਨ ਪਹਿਲਾਂ ਜ਼ਰੂਰ ਝਲਕ ਇਹਨਾਂ ਦੀ ਦੇਖਣ ਨੂੰ ਮਿਲੀ ਆ ਅੰਮ੍ਰਿਤਸਰ ਦੇ ਵਿੱਚ ਅਟਾਰੀ ਬਾਰਡਰ ਦੇ ਉੱਪਰ। ਉਹ ਵੀ ਕਿਉਂ? ਕਿਉਂਕਿ ਹੁਣ ਇਹਨਾਂ ਨੂੰ ਪੰਜਾਬ ਨੂੰ ਜੋ ਪਹਿਲਾਂ ਲੋਕਾਂ ਨੂੰ ਮੂਰਖ ਬਣਾਇਆ, ਹੁਣ ਫੇਰ ਦੁਬਾਰਾ ਮੂਰਖ ਬਣਾਉਣ ਆਏ ਨੇ। ਹੁਣ ਪੰਜਾਬ ਦਾ ਪੈਸਾ ਇਹਨਾਂ ਨੂੰ ਚਾਹੀਦਾ। ਦਰਬਾਰ ਸਾਹਿਬ ਗਏ, ਵਧੀਆ ਗੱਲ ਹੈ, ਨਤਮਸਤਕ ਹੋਏ ਨੇ। ਅਟਾਰੀ ਦੇ ਉੱਪਰ ਗਏ ਨੇ ਫਿਲਮ ਦੀ ਪ੍ਰਮੋਸ਼ਨ ਵਾਸਤੇ। ਅੱਧੇ ਘੰਟੇ ਦੀ ਦੂਰੀ ਤੇ ਸਿਰਫ ਗੁਰਦਾਸਪੁਰ ਸੀ ਜਿੱਥੋਂ ਇਹਨਾਂ ਦਾ ਲੋਕ ਸਭਾ ਹਲਕਾ ਸ਼ੁਰੂ ਹੁੰਦਾ। ਇਹਨਾਂ ਦੇ ਦਿਮਾਗ ਦੇ ਵਿੱਚ ਇੱਕ ਵਾਰੀ ਵੀ ਨਹੀਂ ਆਇਆ ਕਿ ਅਸੀਂ ਗੁਰਦਾਸਪੁਰ ਦੇ ਵਿੱਚ ਆਉਣਾ, ਕਿਉਂਕਿ ਇਹ ਗੁਰਦਾਸਪੁਰ ਦਾ MP ਨਹੀਂ ਹੈਗਾ, ਇਹ ਬਿਊਰੋਕਰੇਸੀ ਦਾ MP ਆ, ਬਿਊਰੋਕਰੇਟ ਦਾ MP ਆ, ਔਰ ਸਿਰਫ ਇੱਕ ਪਾਰਟੀ ਦਾ ਭੇਜਿਆ ਹੋਇਆ ਨੁਮਾਇੰਦੇ ਆ ਜਿਨ੍ਹਾਂ ਸਾਨੂੰ ਰੱਜ ਕੇ ਮੂਰਖ ਬਣਾਇਆ 5 ਸਾਲ। ਇੱਕ ਸੀਟ ਆਪਣੀ BJP ਦੀ ਝੋਲੀ 'ਚ ਪਾਈ ਆ, ਪਰ ਲੋਕ
ਠੱਗੇ ਹੋਏ ਨਿਹੱਥੇ ਮਹਿਸੂਸ ਕਰ ਰਹੇ। ਜ਼ਿਕਰਯੋਗ ਹੈ ਕਿ ਬਾਲੀਵੁੱਡ ਅਦਾਕਾਰ ਸਨੀ ਦਿਓਲ ਗੁਰਦਾਸਪੁਰ ਤੋਂ ਸੰਸਦ ਮੈਂਬਰ ਨੇ, ਪਰ ਆਪਣੇ ਹਲਕੇ ਦੇ ਵਿੱਚ ਉਹਨਾਂ ਵੱਲੋਂ ਅਜੇ ਤੱਕ ਇੱਕ ਵਾਰ ਵੀ ਸ਼ਿਰਕਤ ਨਹੀਂ ਕੀਤੀ ਗਈ ਹੈ, ਜਿਸ ਤੋਂ ਬਾਅਦ ਗੁਰਦਾਸਪੁਰ ਦੇ ਲੋਕਾਂ ਵਿੱਚ ਉਹਨਾਂ ਖਿਲਾਫ ਰੋਸ ਪਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਗੁਰਦਾਸਪੁਰ ਹਲਕੇ ਦੇ ਵਿੱਚ ਲੋਕਾਂ ਨੇ ਸਨੀ ਦਿਓਲ ਦੀ ਗੁੰਮਸ਼ੁਦਗੀ ਦੇ ਪੋਸਟਰ ਵੀ ਲਗਾਏ ਸੀ, ਪਰ ਫਿਰ ਵੀ ਸਨੀ ਦਿਓਲ ਉੱਥੇ ਲੋਕਾਂ ਨੂੰ ਮਿਲਣ ਨਹੀਂ ਆਏ ਹੈ ਤੇ ਅੱਜ ਇੱਕ ਵਾਰ ਫਿਰ ਉਹਨਾਂ ਨੇ ਆਪਣਾ ਗੁੱਸਾ ਜ਼ਾਹਰ ਕਰਦੇ ਹੋਏ ਸਨੀ ਦਿਓਲ ਦੇ ਵਿਰੁੱਧ ਆਪਣਾ ਰੋਸ ਜ਼ਾਹਰ ਕਰਦੇ ਹੋਏ ਉਹਨਾਂ ਦੀ ਫਿਲਮ ਗਦਰ 2 ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਹੈ। ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰਦੇ ਅੱਜ ਦੀਆਂ ਮੁੱਖ ਸੁਰਖੀਆਂ ਤੇ। ਮਣੀਪੁਰ ਹਿੰਸਾ ਖਿਲਾਫ ਜਥੇਬੰਦੀਆਂ ਦਾ ਪੰਜਾਬ ਬੰਦ ਦਾ ਸੱਦਾ। ਜਲੰਧਰ 'ਚ ਬਾਜ਼ਾਰ ਤੇ ਸਕੂਲ ਰਹੇ ਬੰਦ। ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦਿਵਾਉਣ ਦਾ ਮਾਮਲਾ। ਪੰਜਾਬ ਕਾਂਗਰਸ ਨੇ ਪਟਿਆਲਾ 'ਚ ਕੀਤਾ ਪ੍ਰਦਰਸ਼ਨ। ਬੇਭਰੋਸਗੀ ਮਤੇ ਤੇ ਲੋਕ ਸਭਾ 'ਚ ਹੋਈ ਚਰਚਾ। ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਘੇਰੀ ਬੀਜੇਪੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੱਡਾ ਕਦਮ। ਲੰਗਰ ਘੁਟਾਲੇ 'ਚ ਸਸਪੈਂਡ ਮੁਲਾਜ਼ਮਾਂ 'ਚੋਂ 23 ਨੂੰ ਕਲੀਨ ਚਿੱਟ। ਅੱਜ ਦੇ ਪੰਜਾਬ ਬੁਲੇਟਿਨ ਵਿੱਚ ਇੰਨਾ ਹੀ। ਨਵੇਂ ਤੇ ਤਾਜ਼ਾ ਖਬਰਾਂ ਨਾਲ ਕੱਲ ਫਿਰ ਹਾਜ਼ਰ ਹੋਵਾਂਗੇ। ਧੰਨਵਾਦ।